ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਵਜੋਤ ਹੈ ਤੇ ਮੈਂ ਪਿਛਲੇ 7 ਸਾਲਾਂ ਤੋਂ ਹਾਈਲਾਈਟਸ ਟੀਚ ਕਰ ਰਹੀ ਹਾਂ। ਅੱਜ ਆਪਾਂ ਕਰਾਂਗੇ ਰਾਈਟਿੰਗ ਟਾਸਕ 1 ਲਾਈਨ ਗ੍ਰਾਫ। ਇਸ ਤੋਂ ਪਹਿਲਾਂ ਵੀ ਮੈਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਆਪਾਂ ਐਕਚੁਅਲੀ ਦੇ ਵਿੱਚ ਰਾਈਟਿੰਗ ਟਾਸਕ 1 ਦੇ ਟਾਈਪ ਕਿੰਨੇ ਹੁੰਦੇ ਸੀ ਉਹ ਡਿਸਕਸ ਕੀਤੇ ਸੀ ਤੇ ਉਹਦੇ ਵਿੱਚ ਆਪਾਂ ਪਾਈ ਚਾਰਟ ਕਲੀਅਰ ਕੀਤਾ ਸੀ। ਇਸ ਵੀਡੀਓ ਦੇ ਵਿੱਚ ਆਪਾਂ ਲਾਈਨ ਗ੍ਰਾਫ ਕਲੀਅਰ ਕਰਾਂਗੇ। ਕਾਫੀ ਸਾਰੇ ਬੱਚੇ ਗ੍ਰਾਮੈਟਿਕਲ ਐਰਰਸ ਕਰਦੇ ਆ ਬਟ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਰੈਕਟ ਵੇ ਦੇ ਨਾਲ ਅਸੀਂ ਕਿੱਦਾਂ ਲਿਖਣਾ ਹੈਗਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕਾਫੀ ਸਾਰੇ ਡਾਊਟ ਕਲੀਅਰ ਹੋ ਜਾਣਗੇ। ਕਾਫੀ ਗ੍ਰਾਮੈਟਿਕਲ ਐਰਰਸ ਜੋ ਤੁਸੀਂ ਕਰਦੇ ਹੋ ਸਾਰੀਆਂ ਕਲੀਅਰ ਹੋ ਜਾਣਗੀਆਂ। ਬਸ ਇਹ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਹੈ, ਠੀਕ ਹੈ ਜੀ। ਆਪਾਂ ਸਟਾਰਟਿੰਗ ਕਰਦੇ ਹਾਂ ਰਾਈਟਿੰਗ ਟਾਸਕ 1 ਲਾਈਨ ਗ੍ਰਾਫ ਦੇ ਨਾਲ। ਸਭ ਤੋਂ ਪਹਿਲਾਂ ਆਪਾਂ ਇਹਦੇ ਦੇਖਦੇ ਹਾਂ ਸਟੇਟਮੈਂਟ ਨੂੰ। ਧਿਆਨ ਦੇ ਨਾਲ ਦੇਖੋ ਬੱਚੇ। ਸਭ ਤੋਂ ਪਹਿਲਾਂ ਦੇਖੋ ਸਟੇਟਮੈਂਟ ਕਹਿੰਦੇ ਆ ਦੀ ਗ੍ਰਾਫ ਬਿਲੋ ਸ਼ੋਜ਼। ਜੋ ਗ੍ਰਾਫ ਆ ਉਹ ਕੀ ਸ਼ੋ ਕਰ ਰਿਹਾ? ਪਰਸੈਂਟੇਜ ਆਫ ਫੀਮੇਲ ਮੈਂਬਰਸ ਆਫ ਪਾਰਲੀਮੈਂਟ। ਸੋ ਪਰਸੈਂਟੇਜ ਦੇ ਰਿਹਾ ਫੀਮੇਲ members of parliament in 5 European countries ਦੇ ਵਿੱਚ from 2000 to 2012। ਹੁਣ ਸਭ ਤੋਂ ਪਹਿਲਾਂ ਤੁਸੀਂ ਆਪਣੀ ਜੋ ਇੰਟਰੋਡਕਸ਼ਨ ਆ ਉਹਨੂੰ ਕਿਦਾਂ ਰੀਫਰੇਜ਼ ਕਰਨਾ ਇਹ ਦੇਖੋ। ਪਰਸੈਂਟੇਜ ਨੂੰ ਤੁਸੀਂ ਕੀ ਲਿਖ ਸਕਦੇ ਹੋ? ਪ੍ਰਪੋਰਸ਼ਨ। ਸ਼ੋ ਦਾ ਸਿਨੋਨਿਮ ਆਪਾਂ ਇੱਕ ਹੀ ਰੱਖੀਦਾ ਇਲੂਸਟ੍ਰੇਟ, ਠੀਕ ਹੈ। ਪਹਿਲਾਂ ਗ੍ਰਾਫ ਦਾ ਨਾਮ ਦਵਾਂਗੇ, ਗ੍ਰਾਫ ਕਿਹੜਾ? ਇਹਦੀ ਲਾਈਨ ਗ੍ਰਾਫ। ਸ਼ੋ ਨੂੰ ਕਵਾਂਗੇ ਇਲੂਸਟ੍ਰੇਟ, ਪਰਸੈਂਟੇਜ ਨੂੰ ਪ੍ਰਪੋਰਸ਼ਨ ਆਫ, ਫੀਮੇਲ ਨੂੰ ਕੀ ਕਹਿ ਸਕਦੇ? ਵੂਮਨ, ਮੈਂਬਰਸ ਆਫ ਪਾਰਲੀਮੈਂਟ ਇਨ 5 ਯੂਰੋਪੀਅਨ ਕੰਟਰੀਜ਼ ਨੂੰ ਨੇਸ਼ਨ ਕਹਿ ਦਾਂਗੇ। ਹੁਣ 2000 ਚ 2012 ਦੇ ਵਿੱਚ ਟਾਈਮ ਪੀਰੀਅਡ ਚ ਫਰਕ ਕਿੰਨਾ ਹੈਗਾ? ਟੋਟਲ 12 ਇਅਰਸ ਹੈ ਤੇ ਆਪਾਂ ਕਹਿ ਦਾਂਗੇ ਓਵਰ ਅ ਪੀਰੀਅਡ ਆਫ 12 ਇਅਰ ਫਰਮ 2000 ਟੂ 2012। ਕਲੀਅਰ ਹੈ ਜੀ। ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਬਣਾਉਣੀ ਹੈ, ਧਿਆਨ ਦੇ ਨਾਲ ਦੇਖਿਓ। ਦੇਖੋ ਬੱਚੇ, ਆਪਾਂ ਕਿਹਾ ਜੋ ਲਾਈਨ ਗ੍ਰਾਫ ਹੈਗਾ ਹੈ ਇਲੂਸਟ੍ਰੇਟ ਕਰ ਰਿਹਾ। ਦੇਖੋ ਇਲੂਸਟ੍ਰੇਟ ਨਾਲ ਐਸ ਪਾਇਆ, ਕਿਉਂ ਪਾਇਆ? ਕਿਉਂਕਿ ਲਾਈਨ ਗ੍ਰਾਫ ਇੱਕ ਸੀ ਇਸ ਕਰਕੇ। ਕਿ ਇਲੂਸਟ੍ਰੇਟ ਕਰ ਰਿਹਾ ਦੀ ਪ੍ਰਪੋਰਸ਼ਨ ਆਫ ਵੂਮਨ ਮੈਂਬਰਸ ਦੀ ਜੋ ਹੈਗੀ ਆ ਉਹ ਪ੍ਰਪੋਰਸ਼ਨ ਦੱਸ ਰਿਹਾ ਹੈ ਆਫ ਪਾਰਲੀਮੈਂਟ ਇਨ 5 ਯੂਰੋਪੀਅਨ ਨੇਸ਼ਨ। ਉਥੇ ਕੰਟਰੀਜ਼ ਲਿਖਿਆ ਸੀ, ਆਪਾਂ ਇੱਥੇ ਨੇਸ਼ਨ ਲਿਖਤਾ। ਓਵਰ ਅ ਪੀਰੀਅਡ ਆਫ 12 ਇਅਰਸ ਦਾ ਪੀਰੀਅਡ ਸੀ ਫਰੋਮ 2000 ਤੋਂ ਲੈ ਕੇ 2012। ਹੁਣ ਇਹਦੇ ਵਿੱਚ ਆਪਾਂ ਕੁਝ ਵਰਡਸ ਨੂੰ ਰੀਫਰੇਜ਼ ਕੀਤਾ, ਮਤਲਬ ਕੁਝ ਵਰਡਸ ਨੂੰ ਕੁਝ ਵਰਡਸ ਨਾਲ ਹੀ ਰੀਪਲੇਸ ਕਰਤਾ। ਜਿਵੇਂ ਸ਼ੋ ਦੀ ਜਗ੍ਹਾ ਤੇ ਇਲੂਸਟ੍ਰੇਟ ਲਿਖਤਾ, ਪਰਸੈਂਟੇਜ ਦੀ ਜਗ੍ਹਾ ਤੇ ਪ੍ਰਪੋਰਸ਼ਨ ਲਿਖਤਾ, ਫੀਮੇਲ ਦੀ ਜਗ੍ਹਾ ਤੇ ਵੂਮਨ ਲਿਖਤਾ, ਕੰਟਰੀ ਦੀ ਜਗ੍ਹਾ ਤੇ ਨੇਸ਼ਨ ਲਿਖਤਾ ਤੇ ਟਾਈਮ ਪੀਰੀਅਡ ਦੱਸਦਾ। ਅਗਰ ਇਸ ਤਰੀਕੇ ਨਾਲ ਟਾਈਮ ਪੀਰੀਅਡ ਲਿਖਦੇ ਹੈਗੇ ਹੋ ਤਾਂ ਤੁਹਾਡੇ ਸਕੋਰ ਪਲੱਸ ਜਾਂਦੇ ਹੈਗੇ, ਠੀਕ ਹੈ ਬੱਚੇ। ਪਹਿਲਾਂ ਦੇਖੋ ਟਾਸਕ ਆਪਾਂ ਨੂੰ ਕਹਿ ਕੀ ਰਿਹਾ ਹੈ। ਜੋ ਟਾਸਕ ਉਹ ਸਾਨੂੰ ਪਰਸੈਂਟੇਜ ਦੱਸ ਰਿਹਾ ਹੈ ਫੀਮੇਲ ਮੈਂਬਰ ਆਫ ਪਾਰਲੀਮੈਂਟ ਦੀ ਯੂਰੋਪੀਅਨ ਕੰਟਰੀਜ਼ ਦੇ ਵਿੱਚ। ਕੰਟਰੀਜ਼ ਕਿਹੜੀਆਂ ਦਿੱਤੀਆਂ ਹੋਈਆਂ ਆਪਾਂ ਨੂੰ? 5 ਕੰਟਰੀਜ਼ ਦਿੱਤੀਆਂ ਹੋਈਆਂ ਹੈ। ਹੁਣ ਆਪਾਂ ਇਹਦੇ 2 ਪੀਪੀ ਬਣਾਉਣੇ ਆ। 2 ਕੰਟਰੀਜ਼ ਨੂੰ ਇੱਕ ਦੇ ਵਿੱਚ ਰਾਈਟ ਕਰ ਦਾਂਗੇ ਤੇ ਨੈਕਸਟ 3 ਨੂੰ ਇੱਕ ਦੇ ਵਿੱਚ ਕਹਿ ਦਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਜਰਮਨੀ ਤੇ ਇਟਲੀ ਦੇਖਦੇ ਹੈਗੇ। ਜਰਮਨੀ ਦੇਖੋ ਪਹਿਲਾਂ ਕਿੰਨੇ ਤੇ ਸੀ? ਇਹ ਲਗਭਗ ਆਪਾਂ ਕਹਿ ਸਕਦੇ ਹੈਗੇ ਕਿ 33 ਦੇ ਅਰਾਊਂਡ ਹੈਗਾ ਸੀ ਸਟਾਰਟਿੰਗ ਦੇ ਵਿੱਚ। ਐਗਜ਼ੈਕਟ 33 ਤੁਸੀਂ ਨਹੀਂ ਕਹਿਣਾ, ਇਹ ਗੱਲ ਯਾਦ ਰੱਖਿਓ। ਐਗਜ਼ੈਕਟ ਕਹੋਗੇ ਤੇ ਗਲਤ ਹੋ ਜਾਏਗਾ। ਅਰਾਊਂਡ, ਅਪਰੋਕਸੀਮੇਟਲੀ, ਨੀਅਰਲੀ ਇਹ ਵਰਡ ਤੁਸੀਂ ਯੂਜ਼ ਕਰਨੇ ਹੈ, ਠੀਕ ਹੈ। ਨੀਅਰਲੀ ਕਿੰਨੇ ਤੇ? 33 ਆਪਾਂ ਕਹਿ ਸਕਦੇ 33% ਤੇ। ਫਿਰ ਇਹ ਪਰਸੈਂਟੇਜ ਦੇਖੋ ਗ੍ਰੈਜੂਅਲੀ ਵੱਧਦੀ ਗਈ ਹੈ, ਠੀਕ ਹੈ ਜੀ। ਐਂਡ ਤੇ ਕਿੰਨੇ ਤੇ ਪਹੁੰਚ ਗਈ ਆ? ਇਹ 35 ਤੋਂ ਉੱਪਰ ਪਹੁੰਚ ਗਈ, ਮਤਲਬ 37 ਦੇ ਅਰਾਊਂਡ ਲਾ ਲਓ ਪਹੁੰਚ ਗਿਆ 2012 ਦੇ ਵਿੱਚ, ਠੀਕ ਹੈ। ਬਾਅਦ ਵਿੱਚ ਜੇ ਆਪਾਂ ਇਟਲੀ ਦੀ ਗੱਲ ਕਰਦੇ ਹਾਂ ਤੇ ਇਟਲੀ ਜਿਹੜੀ ਸਟਾਰਟ ਹੋ ਰਹੀ ਆ 25 ਤੋਂ ਥੋੜੀ ਜਿਹੀ ਲਾਈਨ ਉੱਪਰ ਹੈਗੀ ਆ, ਹਨਾ। ਜਿਹਨੂੰ ਆਪਾਂ ਕਹਿ ਸਕਦੇ ਅਰਾਊਂਡ 26, ਠੀਕ ਹੈ। ਅਰਾਊਂਡ 26 ਤੇ ਪਹੁੰਚੀ ਹੋਈ ਹੈ। ਇਹ ਵੀ ਬੜੀ ਤੇਜ਼ੀ ਦੇ ਨਾਲ ਜਿਹੜੀ ਹੈਗੀ ਆ ਵੱਧਦੀ ਗਈ ਹੈ। ਤੇ ਆਹ ਮੇਨ ਪੁਆਇੰਟ ਹੈ ਜੋ ਕਾਫੀ ਸਾਰੇ ਬੱਚੇ ਮਿਸ ਕਰ ਦਿੰਦੇ ਆ। ਧਿਆਨ ਦੇ ਨਾਲ ਦੇਖਿਓ, ਜਦੋਂ ਕੋਈ ਲਾਈਨ ਕਿਸੇ ਲਾਈਨ ਨੂੰ ਕ੍ਰਾਸ ਕਰਕੇ ਅੱਗੇ ਵਧਦੀ ਹੋ, ਬਹੁਤ ਇੰਪੋਰਟੈਂਟ ਤੁਹਾਡਾ ਸੈਂਟੈਂਸ ਹੁੰਦਾ, ਨੂੰ ਜ਼ਰੂਰ ਲਿਖਣਾ ਹੁੰਦਾ, ਜ਼ਰੂਰ ਮੈਂਸ਼ਨ ਕਰਨਾ ਹੁੰਦਾ। ਅਗਰ ਤੁਸੀਂ ਨਹੀਂ ਮੈਂਸ਼ਨ ਕਰਦੇ ਹੈਗੇ ਤੁਹਾਡੇ ਸਕੋਰ ਡਿਕਰੀਜ਼ ਕਰ ਜਾ ਸਕਦੇ ਆ। ਅਗਰ ਤੁਸੀਂ ਮੈਂਸ਼ਨ ਕਰਦੇ ਹੋ ਤੇ ਐਗਜ਼ਾਮੀਨਰ ਨੂੰ ਪਤਾ ਲੱਗੇਗਾ ਇਸ ਚੀਜ਼ ਤੋਂ ਕਿ ਬੱਚੇ ਨੇ ਕਿੰਨੀ ਡੀਪਲੀ ਟਾਸਕ ਨੂੰ ਐਨਾਲਾਈਜ਼ ਕੀਤਾ ਹੈ, ਜਿਹਦੇ ਨਾਲ ਤੁਹਾਡੇ ਸਕੋਰ ਇਨਕਰੀਜ਼ ਹੋਣਗੇ, ਠੀਕ ਹੈ ਬੱਚੇ। ਹੁਣ ਇਹਨੂੰ ਦੇਖੋ, ਜਰਮਨੀ ਨੂੰ ਜੋ ਇਟਲੀ ਹੈਗੀ ਆ ਉਹਨੇ ਕੀ ਕੀਤਾ? ਓਵਰਟੇਕ ਕੀਤਾ, ਠੀਕ ਹੈ ਜੀ। ਕੱਟਿਆ ਹੈਗਾ ਏ ਐਂਡ ਆਫ ਦੀ ਟਾਈਮ ਪੀਰੀਅਡ ਦੇ ਵਿੱਚ ਤੇ ਲਗਭਗ ਇਹ ਆ 40 ਵਾਲੀ ਲਾਈਨ ਆ, 40 ਥੋੜਾ ਜਿਹਾ ਥੱਲੇ 39 ਦੇ ਅਰਾਊਂਡ ਇਹ ਪਹੁੰਚ ਗਈ ਹੈ, ਠੀਕ ਹੈ। ਆਪਾਂ ਫਸਟ ਬੀਪੀ ਲਿਖਦੇ ਹਾਂ, ਧਿਆਨ ਦੇ ਨਾਲ ਦੇਖਿਓ ਬੱਚੇ। ਨਾਲ ਇਹ ਚੀਜ਼ ਦਾ ਵੀ ਬੱਚੇ ਧਿਆਨ ਰੱਖਿਓ, ਜਦੋਂ ਹੁਣ ਆਪਾਂ ਫਸਟ ਬੀਪੀ ਲਿਖਣਾ ਹੈ ਤੇ ਦੇਖੋ ਸਟਾਰਟਿੰਗ ਦੇ ਵਿੱਚ ਸਭ ਤੋਂ ਵੱਧ ਪਰਸੈਂਟੇਜ ਜਰਮਨੀ ਦੇ ਵਿੱਚ ਹੀ ਸੀ, ਠੀਕ ਹੈ। ਇਹ ਚੀਜ਼ ਵੀ ਆਪਾਂ ਮੈਂਸ਼ਨ ਕਰਾਂਗੇ, ਧਿਆਨ ਦੇ ਨਾਲ ਦੇਖਿਓ। ਇਨ ਡਿਟੇਲ ਜੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹੈਗੇ ਆ, ਦੇਖੋ ਬੱਚੇ ਕਾਫੀ ਸਾਰੇ ਬੱਚੇ ਨਾ ਸਟਾਰਟਿੰਗ ਦੇ ਵਿੱਚ ਕੁਝ ਫਿਕਸ ਲਾਈਨਸ ਯਾਦ ਕਰ ਲੈਂਦੇ ਆ, ਜਿਵੇਂ ਇਟ ਇਜ਼ ਕਲੀਅਰਲੀ ਸੀਨ ਦੈਟ, ਆਫਟਰ ਐਨਾਲਾਈਜ਼ਿੰਗ ਇਟ ਕੈਨ ਬੀ ਕਲੀਅਰਲੀ ਸੀਨ ਦੈਟ। ਇਦਾਂ ਦੇ ਕੁਝ ਵਰਡਸ ਹੁੰਦੇ ਆ, ਠੀਕ ਹੈ। ਜਿਵੇਂ ਕੁਇਕ ਗਲੈਂਸ ਹੋ ਗਿਆ, ਕੁਝ ਇਦਾਂ ਦੇ ਸੈਂਟੈਂਸਿਸ ਪੱਕੇ ਪਕਾਏ ਲਿਖ ਦਿੰਦੇ ਆ। ਬਿਲਕੁਲ ਨਾ ਲਿਖੋ। ਇਹਦਾ ਰੀਜ਼ਨ ਇਹ ਚੀਜ਼ ਹੈ ਕਿ ਅਗਰ ਤੁਸੀਂ ਇਦਾਂ ਦੇ ਵਰਡਸ ਲਿਖਦੇ ਹੋ ਤੇ ਮੈਮੋਰਾਈਜ਼ਿੰਗ ਦੇ ਵਿੱਚ ਜਾਂਦੇ, ਇਹ ਗੱਲ ਯਾਦ ਰੱਖਿਓ।
जो तुसी अपना मॉक टेस्ट दिंदे हो ना, नीचे देखो जो मॉक टेस्ट वाली शीट होंदी है, नीचे एक कॉलम बनया होंदा है मैमोराइजिंग दा, ठीक है जी। ਉਹ जो तुसी मैमोराइजिंग वाली कोई लाइन वगैरह लिखते हो ना, ਉਹ ਤੇ ਤੁਹਾਡੇ ਮਾਰਕ ਹੋ ਜਾਂਦਾ ਹੈ ਕਿ ਬੱਚੇ ਨੇ ਮੈਮੋਰਾइजिंग ਲਾਈਨਸ ਲਿਖੀਆਂ, ਤੇ ਜਦੋਂ ਉਹ ਚੀਜ਼ ਮਾਰਕ ਕਰ ਦਿੰਦੇ ਤੇ ਉਹ ਚੀਜ਼ ਤੋਂ ਤੁਹਾਡੇ ਜਿਹੜੇ ਸਕੋਰ ਹੈਗੇ ਉਹ ਡਿਕਰੀਜ਼ ਜਾਂਦੇ ਆ, ਠੀਕ ਹੈ। ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਮੈਮੋਰਾइजिंग ਸੈਂਟੈਂਸ ਜਿਹੜੇ ਹੈਗੇ ਉਹ ਬਿਲਕੁਲ ਨਹੀਂ ਤੁਸੀਂ ਲਿਖਣੇ ਹੈਗੇ। ਸੋ ਇਨ ਡਿਟੇਲ ਦਾ ਮਤਲਬ ਕਿ ਆਪਾਂ ਡੀਪਲੀ ਇਹ ਚੀਜ਼ ਨੂੰ ਡਿਸਕਸ ਕਰਦੇ ਹੈਗੇ, ਤੇ ਆਪਾਂ ਕਿਹਾ ਜਰਮਨੀ ਸਟਾਰਟਡ with the highest percentage of female members of parliament ना start हुई, जो जर्मनी हैगी वो started हुई है highest percentage of female ਦੇ ਨਾਲ, ਜੋ कि at approximately लगभग 33 ਸੀ। ਹੁਣ ਐਗਜ਼ੈਕਟ 33 ਨਹੀਂ ਕਵਾਂਗੇ, ਉਹ ਗਲਤ ਹੋਏਗਾ, approximately 33 ਸੀ 2000 ਦੇ ਵਿੱਚ। ਐਂਡ ਬਾਅਦ ਵਿੱਚ ਕੀ ਹੋਇਆ, this percentage, this क्या मतलब है 33% बाद ਵਿੱਚ जो दिस परसेंटेज ਸੀ ਉਹ ਇਨਕਰੀਜ਼ਡ ਹੋਈ ग्रेजुअली मतलब ਹੌਲੀ ਹੌਲੀ ਕਰਕੇ ਵੱਧਦੀ ਗਈ। ਕਾਫੀ ਸਾਰੇ ਬੱਚੇ ਕੀ ਕਰਦੇ, ਗ੍ਰੈਜੂਅਲੀ ਪਹਿਲਾਂ ਲਿਖ ਦਿੰਦੇ ਆ ਜੀ, ਇਨਕਰੀਜ਼ ਬਾਅਦ ਵਿੱਚ ਲਿਖਦੇ ਆ, ਤੇ ਜਿਹਦੇ ਕਰਕੇ ਉਹ ਗ੍ਰਾਮੈਟਿਕਲ ਐਰਰਸ ਕਰ ਦਿੰਦੇ ਆ, ਤੇ ਇਹ ਗ੍ਰਾਮੈਟਿਕਲੀ ਗਲਤ ਆ। ਹਮੇਸ਼ਾ ਪਹਿਲਾਂ ਇਨਕਰੀਜ਼ ਆਏਗਾ ਡਿਕਰੀਜ਼ ਆਏਗਾ, ਪਹਿਲਾਂ ਇਹ ਦੱਸੋ ਕਿ ਵਧੀਆ ਕਿ ਘਟੀਆ, ਫਿਰ ਦੱਸੋ ਕਿੱਦਾਂ ਘਟੀਆ, ਗ੍ਰੈਜੂਅਲੀ ਘਟੀਆ, ਸਲਾਈਟਲੀ ਘਟੀਆ, ਸਲੋਲੀ ਘਟੀ, ਉਹ ਬਾਅਦ ਵਿੱਚ ਆਏਗਾ, ਠੀਕ ਹੈ ਜੀ। ਸੋ ਇਹ ਇਨਕਰੀਜ਼ਡ ਹੋਈ ਗ੍ਰੈਜੂਅਲੀ ਓਵਰ ਦੀ ਪੀਰੀਅਡ, ਮਤਲਬ ਸਮੇਂ ਦੇ ਦੌਰਾਨ ਇਹ ਵੱਧਦੀ ਗਈ, ਰੀਚਿੰਗ ਅਰਾਊਂਡ ਕਿੰਨੇ ਤੇ ਪਹੁੰਚ ਗਈ, 37 ਤੇ ਪਹੁੰਚ ਗਈ 2012 ਦੇ ਵਿੱਚ, ਠੀਕ ਹੈ ਜੀ। ਕਲੀਅਰ ਹੋ ਗਿਆ ਜਰਮਨੀ। ਹੁਣ ਆਪਾਂ ਇਸ ਤੋਂ ਬਾਅਦ ਗੱਲ ਕਰਦੇ ਹੈਗੇ ਇਟਲੀ ਦੀ। ਆਪਾਂ ਕਿਹਾ ਇਨ ਕੰਟਰਾਸਟ मतलब ਇਸ ਤੋਂ ਉਲਟ ਜੋ ਇਟਲੀ ਸੀ ਬਿਗੇਨ ਐਟ ਅਬਾਊਟ 26% ਤੇ ਸ਼ੁਰੂ ਹੋਈ ਸੀ ਇਨ 2000 ਦੇ ਵਿੱਚ। ਜਦੋਂ ਵੀ ਕਿਸੇ ਕੰਟਰੀ ਦਾ ਨੇਮ ਲਿਖਣਾ ਹੈ ਤੇ ਫਰਸਟ ਲੈਟਰ ਹਮੇਸ਼ਾ ਕੈਪੀਟਲ ਆਏਗਾ, ਠੀਕ ਹੈ। ਜੋ ਇਟਲੀ ਸੀ ਉਹ ਕਦੋਂ ਬਿਗੇਨ ਹੋਈ, ਕਦੋਂ ਸਟਾਰਟ ਹੋਈ ਸੀ, 26 ਤੇ ਸਟਾਰਟ ਹੋਈ ਸੀ 2000 ਦੇ ਵਿੱਚ, ਐਂਡ ਸ਼ੋਡ ਅ ਸਟੈਡੀ ਇਨਕਲਾਈਨ। ਹੁਣ ਕਾਫੀ ਸਾਰੇ ਬੱਚਿਆਂ ਦਾ ਇੱਥੇ ਡਾਊਟ ਹੋਊਗਾ ਕਿ ਮੈਮ ਤੁਸੀਂ ਇੱਥੇ ਸਟੱਡੀ ਪਹਿਲਾਂ ਲਿਖਾਤਾ, ਇਨਕਲਾਈਨਡ ਬਾਅਦ ਚ ਕਿਉਂ ਲਿਖਾਇਆ। ਇੱਥੇ ਕੀ ਹੈ, ਜੋ ਸਟੱਡੀ ਹੈਗਾ ਉਹ ਤੁਹਾਡਾ ਐਡਜੈਕਟਿਵ ਆ, ਇਨਕਲਾਈਨਡ ਤੁਹਾਡਾ ਜਿਹੜਾ ਹੈਗਾ ਉਹ ਨਾਉਨ, ਠੀਕ ਹੈ ਜੀ। ਹੁਣ ਕਹੋਗੇ ਕਿ ਇਹ ਤਾਂ ਬਹੁਤ ਕੰਪਲੈਕਸ, ਇਹਨੂੰ ਸਮਝਣਾ ਬਹੁਤ ਹੈ, ਕਿ ਕੁਝ ਨਹੀਂ ਔਖਾ ਬੱਚੇ, ਕੁਝ ਵੀ ਨਹੀਂ ਔਖਾ। ਜਦੋਂ ਤੁਸੀਂ ਸਿੱਖ ਰਹੇ ਹੋ ਨਾ ਚੀਜ਼ਾਂ ਨੂੰ ਸਿੱਖੋ, ਤਾਂ ਹੀ ਤਾਂ ਤੁਹਾਨੂੰ ਪਤਾ ਲੱਗੇਗਾ ਨਾ ਐਕਚੁਅਲੀ ਦੇ ਵਿੱਚ ਚੀਜ਼ ਹੈ ਕੀ ਆ। ਅਗਰ ਔਖਾ ਕਹਿ ਕੇ ਛੱਡੀ ਜਾਓਗੇ ਫਿਰ ਤਾਂ ਕੁਝ ਨਹੀਂ ਸਮਝ ਲੱਗਣੀ, ਫਿਰ ਤਾਂ ਆਇਲਸ ਬਹੁਤ ਔਖੀ ਹੈ ਤੁਹਾਡੇ ਲਈ। ਜਿਉਂ-ਜਿਉਂ ਸਮਝੋਗੇ ਤਿਉਂ-ਤਿਉਂ ਕਨਸੈਪਟ ਕਲੀਅਰ ਹੋਣਗੇ, ਠੀਕ ਹੈ। ਤੇ ਜਦੋਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਤੁਹਾਨੂੰ ਆਪਣੇ ਆਪ ਸੌਖੀਆਂ ਲੱਗਣਗੀਆਂ। ਦੇਖੋ ਆਰਾਮ ਨਾਲ ਸਮਝਦੇ ਆਪਾਂ। ਜਦੋਂ ਆਪਾਂ ਐਡਜੈਕਟਿਵ ਨਾਉਨ ਲਿਖਦੇ ਹੈਗੇ ਆ, ਉਹਦੇ ਤੋਂ ਪਹਿਲਾਂ ਤਿੰਨ ਚੀਜ਼ਾਂ ਆਉਂਦੀਆਂ, ਜਿਵੇਂ देयर ਵਾਸ ए, ਇਹ ਤਿੰਨ ਚੀਜ਼ਾਂ ਆਉਣਗੀਆਂ। ਉਸ ਤੋਂ ਬਾਅਦ ਐਡਜੈਕਟਿਵ ਪਹਿਲਾਂ ਲੱਗਦਾ। ਐਡਜੈਕਟਿਵ ਜੋ ਹੁੰਦਾ ਉਹਦੇ ਨਾਲ ਐਲ ਵਾਈ ਹੁੰਦਾ, ਇਸ ਕਰਕੇ ਸਟੱਡੀ ਲਿਖਿਆ, ਸਟੱਡੀ ਇਨਕਲਾਈਨ, ਠੀਕ ਹੈ। ਜਿਵੇਂ ਦੇਖੋ ਮੈਂ ਇੱਕ ਐਗਜ਼ਾਮਪਲ ਦਿੰਨੀ ਆ, ਮੈਂ ਕਿਹਾ ਕਿ ਉਹ ਇੱਕ ਮੁੰਡਾ ਹੈ, ਹੀ ਵਾਸ ਏ ਬॉय, ਠੀਕ ਹੈ। ਉਹ ਕਿਵੇਂ ਦਾ ਹੈ, ਮੈਂ ਕਹਿੰਦੀ ਹਾਂ ਬਹੁਤ ਨਾਈਸ ਮੁੰਡਾ ਹੈ, ਤੇ ਮੈਂ ਬॉय ਤੋਂ ਪਹਿਲਾਂ ਕੀ ਲਿਖ ਦਾਂਗੀ, ਨਾਈਸ। ਤੇ ਜੋ ਨਾਈਸ ਕੀ ਆ, ਬॉय ਦੀ ਵਿਸ਼ੇਸ਼ਤਾ ਹੈ, ਠੀਕ ਹੈ। ਇੱਥੇ ਮੈਂ ਕਿਹਾ देयर वाज अ ਇਨਕਲਾਈਨ, ਮੈਂ ਪਹਿਲਾਂ ਲਿਖਿਆ ਇਨਕਲਾਈਨ। ਹੁਣ ਇੱਥੇ ਕੀ ਹੋਇਆ, ਇਨਕਲਾਈਨ ਹੋ ਰਿਹਾ। ਇਨਕਲਾਈਨ ਕਿਦਾਂ ਦਾ ਹੋ ਰਿਹਾ ਹੈ, ਸਟੱਡੀ, ਠੀਕ ਹੈ। ਇਹ ਐਡਜੈਕਟਿਵ ਆ, ਨਾਉਨ ਨੂੰ ਡਿਸਕ੍ਰਾਈਬ ਕਰ ਰਿਹਾ ਹੈ, ਠੀਕ ਹੈ। ਤੇ ਜੋ ਮੈਂ ਪਹਿਲਾਂ ਤੁਹਾਨੂੰ ਦੱਸ ਰਹੀ ਸੀ ਕਿ ਇਨਕਰੀਜ਼ ਡਿਕਰੀਜ਼ ਬਾਅਦ ਵਿੱਚ ਆਉਂਦਾ ਹੈ, ਉਹ ਕਿਦਾਂ, ਉਹ ਇਦਾਂ ਸੀ ਕਿ ਜੋ ਵਰਬ ਆ ਉਹ ਪਹਿਲਾਂ ਆਏਗੀ, ਕਿਦਾਂ ਵਧਿਆ ਘਟਿਆ ਉਹ ਬਾਅਦ ਵਿੱਚ ਆਏਗਾ। ਉਹ ਕਿਦਾਂ, ਜਿਵੇਂ ਮੈਂ ਕਿਹਾ ਇਟ ਇਨਕਲਾਈਨਡ, ਠੀਕ ਹੈ, ਇਟ ਇਨਕਲਾਈਨਡ, ਤੇ ਮੈਂ ਲਿਖਿਆ ਸਟੈਡਲੀ, ਇਦਾਂ ਵੀ ਲਿਖ ਸਕਦੀ ਹੈ। ਤੇ ਉਹਦੇ ਨਾਲ ਐਲ ਵਾਈ, ਜਦੋਂ ਐਲ ਵਾਈ ਆ ਜਾਏਗਾ ਪਹਿਲਾਂ ਇਹ ਗੱਲ ਯਾਦ ਰੱਖਿਓ, ਇੱਥੇ ਇਨਕਲਾਈਨ ਨਾਲ ਈਡੀ ਪਾ ਦਾਂਗੇ, ਠੀਕ ਹੈ। ਇੱਥੇ ਉੱਪਰ ਈਡੀ ਪਾਉਣ ਦੀ ਜ਼ਰੂਰਤ ਨਹੀਂ ਹੋਗੀ, ਕਿਉਂਕਿ ਕੀ ਲੱਗਾ ਹੋਇਆ, देयर वाज ਆਲਰੇਡੀ ਲੱਗਾ ਹੋਇਆ, ਇਸ ਕਰਕੇ ਈਡੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ ਜੀ। ਹੁਣ ਇੱਥੇ ਮੈਨੂੰ ਪਾਉਣ ਦੀ ਜ਼ਰੂਰਤ ਹੈ ਕਿਉਂਕਿ ਇਟ ਤੋਂ ਬਾਅਦ ਮੈਂ ਕੋਈ ਵਰਬ ਲਾਈ ਨਹੀਂ ਹੈਗੀ, ਜਾਂ ਕੋਈ ਹੈਲਪਿੰਗ ਵਰਬ ਨਹੀਂ ਲਾਈ ਹੋਈ, ਜੇ ਤੋਂ ਪਤਾ ਲੱਗੇਗਾ ਕਿ ਇਹ ਗੱਲ ਪਾਸਟ ਦੀ ਹੈਗੀ, ਇਸ ਕਰਕੇ ਇਨਕਲਾਈਨ ਨਾਲ ਈਡੀ ਲੱਗਾ। ਸਟੈਡਲੀ ਜਿਹੜੀਆਂ ਵਰਬਸ ਐਡਵਰਬਸ ਹੁੰਦੀਆਂ ਉਹਨਾਂ ਨਾਲ ਐਲ ਵਾਈ ਲੱਗਦਾ ਹੈ, ਤੇ ਉਹ ਜੋ ਤੁਹਾਡੀਆਂ ਮੇਨ ਵਰਬ ਹੁੰਦੀ ਉਹਦੇ ਤੋਂ ਬਾਅਦ ਆਉਂਦੀਆਂ ਐਡਵਰਬਸ, ਠੀਕ ਹੈ। ਤੇ ਹੁਣ ਦੇਖੋ ਇੱਥੇ ਵਾਸ ਲਾਇਆ ਸੀ, ਹੁਣ ਇੱਥੇ ਵਾਸ ਦੀ ਜਗ੍ਹਾ ਤੇ ਮੈਂ ਕੀ ਲਾਤਾ, ਸ਼ੋਡ। ਸ਼ੋਡ ਜਾਂ ਐਕਸਪੀਰੀਅੰਸ ਲਾ ਸਕਦੇ, ਉਸ ਤੋਂ ਬਾਅਦ ਏ ਸੇਮ ਆਏਗਾ, ਠੀਕ ਹੈ। ਤੇ ਜੇ ਤੁਸੀਂ ਲਿਖਣਾ ਹੁੰਦਾ ਕਿ ਕਿੱਦਾਂ ਵਧਿਆ ਵਾ, ਜਾਂ ਮੈਂ ਕਿਹਾ ਗ੍ਰੈਜੂਅਲੀ, ਜਿਵੇਂ ਇੱਕ ਸੈਂਟੈਂਸ ਪਹਿਲਾਂ ਲਿਖਿਆ ਕਿ ਗ੍ਰੈਜੂਅਲੀ ਵਧਿਆ, ਅਗਰ ਮੈਂ ਇਸ ਤਰੀਕੇ ਦੇ ਨਾਲ ਐਡਜੈਕਟਿਵ ਨਾਉਨ ਲਿਖਣਾ ਹੋਗਾ, ਫਿਰ ਸਟੈਡਲੀ ਤੋਂ ਪਹਿਲਾਂ ਮੈਂ ਗ੍ਰੈਜੂਅਲ ਕਹਿ ਸਕਦੀ ਹਾਂ, ਗ੍ਰੈਜੂਅਲ, ਗ੍ਰੈਜੂਅਲ, ਠੀਕ ਹੈ। ਤੇ ਇਹੀ ਜੇ ਮੈਂ ਜਿਹੜੇ ਵਰਬ ਐਡਵਰਬ ਲਿਖਣਾ ਹੋਊਗਾ ਤੇ ਮੈਂ ਪਹਿਲਾਂ ਇੱਥੇ ਇਨਕਲਾਈਨ ਲਾਉਂਗੀ, ਫਿਰ ਮੈਂ ਇੱਥੇ ਲਿਖ ਦੂੰਗੀ ਗ੍ਰੈਜੂਅਲੀ,
आई होप ਤੁਹਾਨੂੰ ਇਹ ਚੀਜ਼ ਦੀ ਸਮਝ ਲੱਗੀ ਹੋਗੀ। ਅਗਰ ਫਿਰ ਵੀ ਕਨਫਿਊਜ਼ਨ ਰਹਿ ਗਈ ਹੋਗੀ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਲਿਓ, ਠੀਕ ਹੈ ਬੱਚੇ। ਨੈਕਸਟ ਦੇਖੋ, ਆਪਾਂ ਕਿਹਾ ਕਿ ਇਹਨੇ ਕੀ ਸ਼ੋ ਕੀਤਾ, ਸਟੈਡੀ ਇਨਕਲਾਈਨ ਹੋਇਆ ਥਰੂ ਆਊਟ ਦੀ ਪੀਰੀਅਡ, ਸਮੇਂ ਦੇ ਦੌਰਾਨ ਹੌਲੀ ਹੌਲੀ ਕਰਕੇ ਵਧਦਾ ਗਿਆ। ਬਾਈ ਦੀ ਐਂਡ ਆਫ ਦ ਪੀਰੀਅਡ, ਤੇ ਐਂਡ ਆਫ ਦ ਪੀਰੀਅਡ ਦੇ ਵਿੱਚ ਕੀ ਹੈਗਾ, ਇਟ ਹੈਡ ਓਵਰਟੇਕਨ। हैड आ गया, इस करके वर्ब की थर्ड फॉर्म आ गई। फर्स्ट फॉर्म की होगी ओवरटेक, सेकंड फॉर्म होगी ओवरटुक, ते थर्ड फॉर्म की होगी ओवरटेकन। इस करके कहंदे बाय द एंड ऑफ द पीरियड दे विच इट हैड ओवरटेकन, किनू ओवरटेकन कीता, जर्मनी नू कट्टिया, एंड रीच्ड अप्रॉक्सीमेटली किन्ने ते पहुंच गया, 39% ते पहुंच गया। ये गल याद रखियो, रीच तो बाद कोई प्रपोजिशन नहीं होंदी, कोई टू नहीं होंदा, कोई एट नहीं होंदा, अगर लाओगे तो ग्रामेटिकली गलत जाएगी, ठीक है बच्चे। ਹੁਣ ਦੇਖੋ ਇਹਨੂੰ ਧਿਆਨ ਦੇ ਨਾਲ, ਆਪਾਂ ਕਿਹਾ ਇਟਲੀ ਸ਼ੁਰੂ ਹੋਇਆ ਸੀ 26% ਤੇ 2000 ਦੇ ਵਿੱਚ। ਉਸ ਤੋਂ ਬਾਅਦ ਇਹਨੇ ਕੀ ਸ਼ੋ ਕੀਤਾ ਕਿ ਐਕਸਪੀਰੀਅੰਸ ਕੀਤਾ, ਸਟੈਡੀ ਇਨਕਲਾਈਨਡ ਹੋਇਆ ਸਮੇਂ ਦੇ ਦੌਰਾਨ, ਤੇ ਐਂਡ ਆਫ ਦ ਪੀਰੀਅਡ ਦੇ ਵਿੱਚ ਨੇ ਜਰਮਨੀ ਨੂੰ ਓਵਰਟੇਕ ਕੀਤਾ ਤੇ ਕਿੰਨੇ ਤੇ ਪਹੁੰਚ ਗਿਆ, 39% ਤੇ ਪਹੁੰਚ ਗਿਆ। ਕਲੀਅਰ ਹੈ ਬੱਚੇ। ਇੱਥੇ ਇੱਕ ਵਾਰੀ ਫਿਰ ਦੇਖ ਲਓ, ਪਹਿਲਾਂ ਆਪਾਂ ਜਰਮਨੀ ਨੂੰ ਐਕਸਪਲੇਨ ਕੀਤਾ ਕਿ 33% ਤੇ ਸੀ, ਗ੍ਰੈਜੂਅਲੀ ਵਧਦੀ ਗਈ ਤੇ ਕਿੰਨੇ ਤੇ ਪਹੁੰਚ ਗਈ, 37 ਦੇ ਅਰਾਊਂਡ ਪਹੁੰਚ ਗਈ। ਇੱਥੇ ਆਪਾਂ ਇਟਲੀ ਨੂੰ ਐਕਸਪਲੇਨ ਕੀਤਾ ਸੀ ਕਿ 26 ਦੇ ਅਰਾਊਂਡ ਸੀ, ਸਟੈਟਲੀ ਇਹਨੇ ਇਨਕਲਾਈਨ ਸ਼ੋ ਕੀਤਾ। ਉਸ ਤੋਂ ਬਾਅਦ ਇਹਨੇ ਓਵਰਟੇਕ ਕੀਤਾ, ਕਿਹਨੂੰ ਕੀਤਾ, ਜਰਮਨੀ ਨੂੰ ਕੀਤਾ। ਐਂਡ ਆਫ ਦ ਪੀਰੀਅਡ ਦੇ ਵਿੱਚ ਅਰਾਊਂਡ 39% ਤੇ ਪਹੁੰਚ ਗਈ ਐਂਡ ਆਫ ਦ ਪੀਰੀਅਡ ਦੇ ਵਿੱਚ, ਠੀਕ ਹੈ ਜੀ। ਹੁਣ ਨੈਕਸਟ ਕੰਟਰੀਜ਼ ਆਪਾਂ ਦੇਖਦੇ ਹੈਗੇ ਆ, ਧਿਆਨ ਦੇ ਨਾਲ ਦੇਖਿਓ ਬੱਚੇ। ਹੁਣ ਨੈਕਸਟ ਆਪਾਂ ਗੱਲ ਕਰਦੇ ਹੈਗੇ ਆ ਫਰਾਂਸ ਦੀ। ਫਰਾਂਸ ਦੇਖੋ, ਸਟਾਰਟਿੰਗ ਦੀ ਐਗਜ਼ੈਕਟ 25% ਦੀ ਹੋਈ ਆ, ਬਾਅਦ ਵਿੱਚ ਇਹ 36% ਤੇ ਚਲ ਗਈ ਆ, ਕਿਉਂਕਿ ਆ ਲਾਈਨ ਜਿਹੜੀ ਹੈਗੀ ਆ ਇਹ ਆਉਂਦੀ ਆ ਤੁਹਾਡੀ 35 ਦੇ, ਇਹਦੇ ਉੱਪਰ ਗਈ ਆ, ਫਿਰ 36 ਆਪਾਂ ਕਹਿ ਸਕਦੇ। ਉਸ ਤੋਂ ਬਾਅਦ ਅਗੇਨ ਇਹ 30 ਤੇ ਆ ਗਈ ਆ, ਫਿਰ ਡਿਕਰੀਜ਼ ਹੋ ਕੇ 30 ਤੇ ਆ ਗਈ। ਉਸ ਤੋਂ ਬਾਅਦ ਫਿਰ ਇਨਕਰੀਜ਼ ਹੋਈ ਹੈ ਸਲਾਈਟਲੀ, ਕਿੰਨੇ ਤੇ ਪਹੁੰਚ ਗਈ ਆ, 31 ਦੇ ਅਰਾਊਂਡ ਵਾਲੋਂ ਪਹੁੰਚ ਗਈ। ਹੁਣ ਇਹਨੂੰ ਕਿੱਦਾਂ ਲਿਖਣਾ ਹੈ, ਅਗਰ ਏਦਾਂ ਲਾਈਨ ਜਾਂਦੀ ਆ, ਪਹਿਲਾਂ ਇਨਕਲਾਈਨ ਹੋਈ ਆ, ਫਿਰ ਡਿਕਰੀਜ਼ ਹੋਈ ਆ, ਦੈਨ ਫਿਰ ਸਲਾਈਟਲੀ ਇਨਕਰੀਜ਼ ਹੋਈ ਆ, ਉਹਨੂੰ ਕਿਵੇਂ ਲਿਖਣਾ ਹੈ, ਕਿਵੇਂ ਫਰੇਮ ਕਰਨਾ ਹੈ, ਆਪਾਂ ਨੈਕਸਟ ਦੇਖਦੇ ਹਾਂ। ਹੁਣ ਆਪਾਂ ਬਣਾਵਾਂਗੇ ਆਪਣਾ ਸੈਕਿੰਡ ਪੀਪੀ, ਠੀਕ ਹੈ ਜੀ। ਨੈਕਸਟ ਆਪਾਂ ਕਿਹਾ ਫਰਾਂਸ ਸਟੂਡ ਐਟ ਰਫਲੀ, ਮਤਲਬ ਲਗਭਗ 25% ਤੇ ਸੀ 2000 ਦੇ ਵਿੱਚ, ਐਂਡ ਦਿਸ ਪਰਸੈਂਟੇਜ ਮਤਲਬ ਇਹ 25 ਵਾਲੀ ਪਰਸੈਂਟੇਜ ਐਕਸਕਲੀਏਟਡ ਹੋਈ। ਐਕਸਕਲੀਏਟਡ ਮਤਲਬ ਇਨਕਰੀਜ਼ ਦਾ ਸਿਨੋਨੀਅਮ ਹੈ, ਐਕਸਕਲੀਏਟਡ ਮਤਲਬ ਗਰੋ ਹੋਈ, ਸ਼ਾਰਪਲੀ ਵਧੀ। ਹੁਣ ਦੇਖੋ ਐਕਸਕਲੀਏਟਡ ਤੋਂ ਬਾਅਦ ਮੈਂ ਸ਼ਾਰਪਲੀ ਲਾਇਆ ਤਾਂ ਐਲਵ ਆਇਆ, ਕਿਉਂਕਿ ਐਡਵਰਬ ਆ। ਸ਼ਾਰਪਲੀ ਵਧੀ ਟੂ ਅਬਾਊਟ 36% ਤੇ ਪਹੁੰਚ ਗਈ, 2004 ਦੇ ਵਿੱਚ ਪਹੁੰਚ ਗਈ, ਬਿਫੋਰ ਫਾਲਿੰਗ ਟੂ ਅਰਾਊਂਡ 30%। ਹੁਣ ਆਹ ਵਾਲਾ ਸੈਂਟੈਂਸ ਤੁਹਾਨੂੰ ਡਿਫਿਕਲਟ ਲੱਗ ਸਕਦਾ, ਬਟ ਹਾਂ ਘਬਰਾਉਣਾ ਨਹੀਂ ਹੈ, ਮੈਂ ਸਮਝਾਉਣੀ ਹੈ, ਧਿਆਨ ਦੇ ਨਾਲ ਸਮਝਿਓ, ਠੀਕ ਹੈ ਬੱਚੇ। ਹੁਣ ਇੱਥੇ ਪਹਿਲਾਂ ਕਿੰਨੇ ਤੇ ਸੀ, 25 ਤੇ, 25 ਤੋਂ ਇੱਥੇ ਪਹੁੰਚ ਗਈ, ਇੱਥੇ ਆ ਗਿਆ ਸੀ 36। ਉਸ ਤੋਂ ਬਾਅਦ ਫਿਰ ਘੱਟ ਕੇ ਇੱਥੇ ਆਣ ਕੇ ਕਿੰਨੇ ਤੇ ਆ ਗਈ ਸੀ, ਇਹ ਆ ਗਈ ਸੀ 30 ਤੇ ਆ ਗਈ, ਠੀਕ ਹੈ। ਹੁਣ ਦੇਖੋ ਸੈਂਟੈਂਸ ਕਿੱਦਾਂ ਬਣਾਇਆ, ਧਿਆਨ ਦੇ ਨਾਲ ਸਮਝਿਓ। ਇੱਥੇ ਆ ਗਿਆ ਸੀ ਤੁਹਾਡਾ 36, ਇੱਥੇ ਕਿੰਨਾ ਆ ਗਿਆ ਜੀ ਇਹਨਾਂ ਦਾ 30, ਫਿਰ ਅਗੇਨ 30 ਤੇ ਆ ਗਈ ਸੀ। ਹੁਣ ਦੇਖੋ ਆਪਾਂ ਕਿਹਾ ਕਿ ਇਹ ਬੜੀ ਤੇਜ਼ੀ ਨਾਲ, ਹੁਣ ਆ ਚੀਜ਼ ਬੜੀ ਤੇਜ਼ੀ ਨਾਲ ਵਧੀ ਸੀ, ਤੇ ਆਪਾਂ ਕਿਹਾ ਪਹਿਲਾਂ 25 ਤੇ ਸੀ, ਤੇਜ਼ੀ ਨਾਲ ਵੱਧ ਕੇ 36 ਤੇ ਪਹੁੰਚ ਗਈ ਸੀ ਡਿਕਰੀਜ਼ ਹੋਣ ਤੋਂ ਪਹਿਲਾਂ, ਕਿਉਂਕਿ ਆ 30 ਤੇ ਆ ਗਈ ਨਾ, ਫਿਰ ਡਿਕਰੀਜ਼ ਹੋ ਗਈ। ਡਿਕਰੀਜ਼ ਹੋਣ ਤੋਂ ਪਹਿਲਾਂ ਇਹ ਤੇਜ਼ੀ ਨਾਲ ਵੱਧ ਕੇ 36 ਤੇ ਪਹੁੰਚ ਗਈ ਸੀ। ਤੁਸੀਂ ਸਿੰਪਲ ਵੀ ਲਿਖ ਸਕਦੇ ਹੋ ਕਿ ਬਾਅਦ ਵਿੱਚ ਡਿਕਰੀਜ਼ ਹੋ ਗਈ, ਬਟ ਜੇ ਤੁਸੀਂ ਇਸ ਵੇ ਦੇ ਨਾਲ ਲਿਖੋਗੇ ਤਾਂ ਤੁਹਾਡੇ ਸਕੋਰ ਪਲੱਸ ਜਾਣਗੇ, ਕਿਉਂਕਿ ਦੇਖੋ ਜਿੰਨੇ ਵੈਰਾਈਟੀਜ਼ ਆਫ ਸੈਂਟੈਂਸ ਲਿਖੋਗੇ ਉਨੀ ਹੀ ਤੁਸੀਂ ਆਪਣੀ ਨੌਲੇਜ ਨੂੰ ਸ਼ੇਅਰ ਕਰਨ ਦੇ ਐਗਜ਼ਾਮੀਨਰ ਦੇ ਨਾਲ। ਹੁਣ ਉਹਨੂੰ ਰਾਤ ਨੂੰ ਸੁਪਨਾ ਥੋੜੀ ਨਾ ਆਉਣਾ ਹੈ ਕਿ ਜਿਹਦਾ ਤੁਸੀਂ ਟਾਸਕ ਚੈੱਕ ਕਰ ਰਹੇ ਹੋ ਉਹਨੂੰ ਆਉਂਦਾ ਤੇ ਬਹੁਤ ਕੁਝ ਹੈ, ਬਟ ਉਹ ਲਿਖਿਆ ਨਹੀਂ, ਨੂੰ ਸਕੋਰ ਦੇ ਦਿਓ। ਜੋ ਤੁਸੀਂ ਲਿਖਿਆ ਹੋਗਾ ਉਸ ਬਿਹਾਫ ਤੇ ਹੀ ਤੁਹਾਨੂੰ ਸਕੋਰਿੰਗ ਮਿਲਣੀ ਆ, ਠੀਕ ਹੈ। ਇਸ ਕਰਕੇ ਤੁਸੀਂ ਉਸ ਲੈਵਲ ਦਾ ਸਿੱਖ ਕੇ ਜਾਓ ਕਿ ਤੁਸੀਂ ਪਹਿਲੇ ਅਟੈਂਪਟ ਦੇ ਵਿੱਚ ਹੀ ਆਪਣੀ ਸਕੋਰ ਲੈ ਸਕੋ, ਠੀਕ ਹੈ ਜੀ। ਦੇਖੋ ਮੈਂ ਇਹ ਚੀਜ਼ਾਂ ਬੱਚੇ ਕਲੀਅਰ ਕਰਵਾਉਣੀ ਆ, ਧਿਆਨ ਦੇ ਨਾਲ ਦੇਖਿਓ। ਮੈਂ ਕਿਹਾ ਜੋ ਪਰਸੈਂਟੇਜ ਸੀ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਐਕਸਕਲੀਏਟਡ ਹੋਈ, ਸ਼ਾਰਪਲੀ ਤੇਜ਼ੀ ਨਾਲ ਵੱਧ ਕੇ ਕਿੰਨੇ ਤੇ ਪਹੁੰਚ ਗਈ, 36 ਤੇ ਪਹੁੰਚ ਗਈ 2004 ਦੇ ਵਿੱਚ। ਬਿਫੋਰ ਹੁੰਦਾ ਪਹਿਲਾ, ਬਿਫੋਰ ਤੋਂ ਬਾਅਦ ਜੋ ਵੀ ਤੁਸੀਂ ਵਰਬ ਲਿਖੋਗੇ ਉਹਦੇ ਨਾਲ ਆਈਐਨਜੀ ਆਏਗਾ। ਮੈਂ ਕਿਹਾ ਡਿਕਰੀਜ਼ ਹੋਣ ਤੋਂ ਪਹਿਲਾਂ, ਡਿਕਰੀਜ਼ ਦਾ ਸਿਨੋਨੀਅਮ ਆ ਫਾਲਿੰਗ ਹੁੰਦਾ, ਘਟਣਾ, ਠੀਕ ਹੈ। ਫਾਲਿੰਗ ਹੋਣ ਤੋਂ ਪਹਿਲਾਂ ਟੂ ਅਰਾਊਂਡ 30% 2008 ਦੇ ਵਿੱਚ, ਡਿਕਰੀਜ਼ ਹੋਣ ਤੋਂ ਪਹਿਲਾਂ ਸ਼ਾਰਪਲੀ ਉਹ 36 ਤੇ ਵੱਧ ਕੇ ਗਈ ਸੀ। ਬਹੁਤ ਸਿੰਪਲ ਤੁਸੀਂ ਲਿਖ ਸਕਦੇ ਹੋ, ਪਹਿਲਾਂ ਇਨਕਰੀਜ਼ ਵਾਲਾ ਆਏ ਲਿਖਤਾ, ਜਿਹੜੀ ਆਹ ਵਾਲੀ ਚੀਜ਼ ਉਹਨੂੰ ਬਿਫੋਰ ਪਾ ਕੇ ਲਿਖਤਾ, ਠੀਕ ਹੈ। ਬਿਫੋਰ ਤੋਂ ਬਾਅਦ ਜੋ ਵੀ ਵਧਿਆ ਘਟਿਆ ਉਹਦੇ ਨਾਲ ਆਈਐਨਜੀ ਪਾ ਦੇਣਾ, ਕਿਉਂਕਿ ਬਿਫੋਰ ਤੋਂ ਬਾਅਦ ਜੋ ਵੀ ਵਰਬ ਆਏਗੀ ਉਹਦੇ ਨਾਲ ਆਈਐਨਜੀ ਆਏਗਾ। ਕਲੀਅਰ ਹੈ ਜੀ। ਦੇਖੋ
ਆਪਾਂ ਕਿਹਾ ਹਾਊਐਵਰ ਬਾਅਦ ਵਿੱਚ ਇਹ ਹਲਕੀ ਜਿਹੀ ਇਨਕਰੀਜ਼ ਹੋਈ ਸੀ ਤੇ ਆਪਾਂ ਕਿਹਾ ਇਟ ਗ੍ਰਿਊ। ਹੁਣ ਆਪਾਂ ਇੱਥੇ ਇਨਕਰੀਜ਼ ਦਾ ਸਿਨੋਨਿਮ ਕੀ ਲਿਖਿਆ, ਗ੍ਰਿਊ, ਸੈਕਿੰਡ ਫਾਰਮ ਗਰੋ ਦੀ, ਠੀਕ ਹੈ। ਇਟ ਗ੍ਰਿਊ ਸਲਾਈਟਲੀ, ਥੋੜੀ ਜਿਹੀ ਹਲਕੀ ਜਿਹੀ ਵਧੀ ਟੂ ਅਰਾਊਂਡ 31% ਤੇ ਪਹੁੰਚ ਗਈ 2012 ਦੇ ਵਿੱਚ। ਕਲੀਅਰ ਹੈ ਜੀ, ਕਲੀਅਰ ਹੋ ਗਿਆ ਜੀ। ਫਰਾਂਸ ਦਾ ਜਿਵੇਂ ਕਿ ਨਹੀਂ 25% ਤੇ ਸੀ, 36 ਤੇ ਪਹੁੰਚ ਗਈ, 30 ਤੇ ਡਿਕਰੀਜ਼ ਹੋਣ ਤੋਂ ਪਹਿਲਾਂ ਤੇ ਫਿਰ ਸਲਾਈਟਲੀ ਜੀ ਇਹ 31 ਤੇ ਪਹੁੰਚ ਗਈ। ਕਲੀਅਰ ਹੈ ਜੀ। ਹੁਣ ਨੈਕਸਟ ਆਪਾਂ ਕਰਦੇ ਹਾਂ ਯੂਕੇ। ਹੁਣ ਯੂਕੇ ਜਿਹੜਾ ਹੈਗਾ ਦੇਖੋ ਬੜੀ ਤੇਜ਼ੀ ਦੇ ਨਾਲ ਵਧਿਆ ਇਸ ਸਮੇਂ ਦੇ ਦੌਰਾਨ ਥਰੂ ਦੀ ਗਿਵਨ ਟਾਈਮ ਪੀਰੀਅਡ ਦੇ ਵਿੱਚ, ਤੇ ਇਹਨੂੰ ਆਪਾਂ ਇੱਕ ਹੀ ਸੈਂਟੈਂਸ 'ਚ ਕੰਪਲੀਟ ਕਰ ਸਕਦੇ। ਕਿੱਦਾਂ? ਫਰੋਮ ਵਾਲੇ ਸੈਂਟੈਂਸ ਦੇ ਵਿੱਚ। ਜੋ ਫਰੋਮ ਵਾਲਾ ਸੈਂਟੈਂਸ ਹੁੰਦਾ ਉਹਦੇ ਵਿੱਚ ਆਪਾਂ ਕੀ ਕਰਦੇ ਆ, ਪਹਿਲੀ ਪਰਸੈਂਟੇਜ ਤੇ ਪਹਿਲਾ ਈਅਰ ਮੈਂਸ਼ਨ ਕਰਕੇ ਸਿੱਧਾ ਹੀ ਟੂ ਲਾ ਕੇ ਉਸ ਤੋਂ ਬਾਅਦ ਲਾਸਟ ਪਰਸੈਂਟੇਜ ਤੇ ਲਾਸਟ ਈਅਰ ਨੂੰ ਮੈਂਸ਼ਨ ਕਰ ਦਈਦਾ। ਜਿਵੇਂ ਦੇਖੋ ਸਟਾਰਟਿੰਗ ਆਪਾਂ ਕਹਿ ਸਕਦੇ ਹਾਂ ਕਿ 3% ਤੋਂ ਹੋਈ ਹੈ ਲਗਭਗ 2000 ਦੇ ਵਿੱਚ, ਉਸ ਤੋਂ ਬਾਅਦ ਇਹ ਕਿੰਨੇ ਤੇ ਪਹੁੰਚ ਗਈ ਆ ਉੱਪਰ 30 ਤੋਂ ਥੋੜਾ ਜਿਹਾ ਨੀਵੇਂ ਤੇ ਆਪਾਂ 28 ਕਹਿ ਸਕਦੇ ਕਿ 28% ਤੇ ਪਹੁੰਚ ਗਈ ਹੈ 2012 ਦੇ ਵਿੱਚ। ਹੁਣ ਦੇਖੋ ਕਿ ਇਹਨੂੰ ਆਪਾਂ ਸੈਂਟੈਂਸ ਨੂੰ ਕਿਵੇਂ ਬਣਾਉਣਾ ਹੈ। ਦੇਖੋ ਬੱਚੇ ਆਪਾਂ ਕਿਹਾ ਮੀਨਵਾਈਲ ਮਤਲਬ ਉਸੇ ਹੀ ਸਮੇਂ ਦੇ ਦੌਰਾਨ ਜੋ ਪ੍ਰਪੋਰਸ਼ਨ ਸੀ, ਕਿਹਦਾ ਪ੍ਰਪੋਰਸ਼ਨ ਸੀ, ਫੀਮੇਲ ਮੈਂਬਰਸ ਆਫ ਪਾਰਲੀਮੈਂਟ ਦਾ ਇਨ ਯੂਕੇ ਦੇ ਵਿੱਚ ਉਹ ਇਨਕਰੀਜ਼ਡ ਹੋਇਆ, ਵਧਿਆ। ਕਿੱਦਾਂ ਵਧਿਆ? ਸ਼ਾਰਪਲੀ ਵਧਿਆ ਫਰੋਮ ਅਪਰੋਕਸੀਮੇਟਲੀ 3% ਤੋਂ ਲੈ ਕੇ ਜੋ ਕਿ 2000 ਦੇ ਵਿੱਚ ਸੀ ਟੂ ਕਿੰਨੇ ਤੇ ਗਿਆ, ਅਰਾਊਂਡ 28% ਤੇ ਪਹੁੰਚ ਗਏ ਇਨ 2012 ਦੇ ਵਿੱਚ। ਦੇਖੋ ਇੱਕੋ ਹੀ ਸੈਂਟੈਂਸ ਦੇ ਵਿੱਚ ਆਪਾਂ ਇਹਨੂੰ ਫਰੇਮ ਕਰਤਾ, ਪੂਰਾ ਕੰਪਲੀਟ ਕੀਤਾ। ਫਰੋਮ ਲਾ ਕੇ ਪਹਿਲੀ ਪਰਸੈਂਟੇਜ ਪਹਿਲਾ ਈਅਰ, ਟੂ ਲਾ ਕੇ ਲਾਸਟ ਦੀ ਪਰਸੈਂਟੇਜ ਤੇ ਲਾਸਟ ਦਾ ਈਅਰ ਦੱਸਦਾ, ਤੇ ਨਾਲ ਆਪਾਂ ਵੀ ਕਹਤਾ ਸ਼ਾਰਪਲੀ ਇੰਨੇ ਤੋਂ ਇੰਨੇ ਤੇ ਵੱਧ ਗਿਆ। ਕਲੀਅਰ ਜੀ। ਇਹਦਾ ਤੁਸੀਂ ਡਿਕਰੀਜ਼ ਵਾਲਾ ਸੈਂਟੈਂਸ ਵੀ ਦੱਸ ਸਕਦੇ ਹੋ। ਨੈਕਸਟ ਹੁਣ ਆਪਾਂ ਬੈਲਜੀਅਮ ਕੰਟਰੀ ਦੇ ਬਾਰੇ ਗੱਲ ਕਰਦੇ ਹੈਗੇ ਆ। ਸਟਾਰਟਿੰਗ ਦੇਖੋ ਕਿੰਨੇ ਤੋਂ, ਇਹ 50 ਤੋਂ ਉੱਪਰ ਆ, ਆਪਾਂ ਅਰਾਊਂਡ 17% ਕਹਿ ਸਕਦੇ ਆ। 17% ਤੋਂ ਬਾਅਦ ਇਹ ਇੱਥੇ ਅਰਾਊਂਡ 28 ਤੇ ਆ ਗਈ, ਉਸ ਤੋਂ ਬਾਅਦ ਇਹ ਅਨਚੇਂਜਡ ਰਹੀ, ਕੋਈ ਚੇਂਜ ਨਹੀਂ ਆਇਆ, ਤੇ ਫਿਨਿਸ਼ ਵੀ ਜਾ ਕੇ ਐਂਡ ਤੇ 28 ਤੇ ਹੀ ਹੋਈ ਹੈ। ਠੀਕ ਹੈ ਜੀ। ਦੇਖੋ ਆਪਾਂ ਹੁਣ ਇਹਦਾ ਸੈਂਟੈਂਸ ਬਣਾਵਾਂਗੇ। ਦੇਖੋ ਬੱਚੇ ਆਪਾਂ ਕਿਹਾ ਜੋ ਬੈਲਜੀਅਮ ਸੀ started at around 17% in 2000 ਦੇ ਵਿੱਚ ਸਟਾਰਟ, ਮਤਲਬ 70% ਤੇ ਸਟਾਰਟ ਹੋਈ ਸੀ 2000 ਦੇ ਵਿੱਚ। the figure increased dramatically, ਬੜੀ ਤੇਜ਼ੀ ਦੇ ਨਾਲ ਇਹ ਵਧੀ to around 28% ਤੇ ਪਹੁੰਚ ਗਈ ਸੀ 2004 ਦੇ ਵਿੱਚ। remained unchanged ਮਤਲਬ ਸੇਮ ਹੀ ਰਹੀ, ਕੋਈ ਚੇਂਜ ਨਹੀਂ ਆਇਆ 2008 ਦੇ ਵਿੱਚ, and finished at around 28 ਤੇ ਫਿਨਿਸ਼ ਹੋ ਗਈ ਸੀ 2012 ਦੇ ਵਿੱਚ। ਕਲੀਅਰ ਹੈ ਬੱਚੇ। ਹੁਣ ਜੋ ਆਪਾਂ ਓਵਰਆਲ ਲਿਖਦੇ ਇੱਕ ਗੱਲ ਯਾਦ ਰੱਖਿਓ, ਓਵਰਆਲ ਦੇ ਵਿੱਚ ਕਦੇ ਵੀ ਤੁਸੀਂ ਪਰਸੈਂਟੇਜ ਨਹੀਂ ਮੈਂਸ਼ਨ ਕਰਨੀ ਹੈਗੀ, ਕਦੇ ਵੀ ਤੁਸੀਂ ਜਿਹੜੀ ਹੈਗੀ ਆ ਈਅਰ ਨਹੀਂ ਮੈਂਸ਼ਨ ਕਰਨਾ, ਜਸਟ ਤੁਸੀਂ ਹਾਈਐਸਟ ਤੇ ਲੋਐਸਟ ਦੱਸਣਾ ਹੈਗਾ। ਠੀਕ ਹੈ, ਕਲੀਅਰਲੀ। ਦੇਖੋ ਹੁਣ ਧਿਆਨ ਦਿਓ, ਇੱਕ ਤੁਸੀਂ ਇਦਾਂ ਵੀ ਦੱਸ ਸਕਦੇ ਹੈਗੇ ਕਿ ਅਪਵਰਡ ਤੇ ਡਾਊਨਵਰਡ ਟ੍ਰੈਂਡ। ਹੁਣ ਜੇ ਆਪਾਂ ਓਵਰਆਲ ਇਹਦੇ ਵਿੱਚ ਦੇਖਦੇ ਹੈਗੇ ਨਾ, ਸਾਰੀਆਂ ਕੰਟਰੀ ਆ ਦੇਖੋ ਪਹਿਲੇ ਦੇ ਮੁਕਾਬਲੇ ਜਿੰਨੀਆਂ ਵੀ ਕੰਟਰੀਜ਼ ਆ ਨਾ ਸਾਰੀਆਂ ਇਨਕਰੀਜ਼ ਹੋਈਆਂ ਵਾ। ਠੀਕ ਹੈ, ਜਿਵੇਂ ਪਹਿਲਾਂ ਇਹ ਕਿੰਨੇ ਤੇ ਸੀ, 33 ਤੇ ਸੀ, ਇਹ ਵੀ ਵਧੀ ਹੋ ਗਈ ਆ। ਉਸ ਤੋਂ ਬਾਅਦ ਇਟਲੀ ਨੇ ਵੀ ਇਨਕਰੀਜ਼ ਸ਼ੋ ਕੀਤਾ ਹੈ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਬੈਲਜੀਅਮ ਦੀ, ਉਹ ਵੀ ਇਨਕਰੀਜ਼ ਹੋਈ ਆ, ਕਿਉਂਕਿ ਪਹਿਲਾਂ ਦੇਖੋ 17 ਦੇ ਅਰਾਊਂਡ ਫਿਰ 28 ਤੇ ਪਹੁੰਚ ਗਈ। ਯੂਕੇ ਵੀ ਬਹੁਤ ਵਧੀ ਹੋਈ ਹੈ, ਇਨਕਰੀਜ਼ ਕੀਤਾ ਹੋਇਆ। ਮਤਲਬ ਸਾਰੀਆਂ ਕੰਟਰੀਜ਼ ਨੇ ਅਪਵਰਡ ਟ੍ਰੈਂਡ ਸ਼ੋ ਕੀਤਾ ਹੈ ਫॉर ਦੀ ਗਿਵਨ ਟਾਈਮ ਪੀਰੀਅਡ ਦੇ ਵਿੱਚ। ਹੁਣ ਆਪਾਂ ਇਹਦਾ ਓਵਰਆਲ ਇਸ ਤਰੀਕੇ ਦੇ ਨਾਲ ਲਿਖ ਸਕਦੇ, ਐਂਡ ਦੇ ਵਿੱਚ ਦੇਖੋ ਸਭ ਤੋਂ ਵੱਧ ਕਿਹਦੀ ਹੈਗੀ ਆ ਕਿਹਦੀ ਲਾਈਨ ਆ ਜੀ, ਇਟਲੀ ਦੀ। ਤੇ ਆਪਾਂ ਕਹਿ ਸਕਦੇ ਹਾਂ ਕਿ ਇਟਲੀ ਜਿਹੜੀ ਆ ਉਹਦੇ ਵਿੱਚ ਹਾਈਐਸਟ ਪਰਸੈਂਟੇਜ ਆਫ ਫੀਮੇਲ ਦੀ ਸੀ ਇਨ ਦੀ ਐਂਡ ਆਫ ਦੀ ਪੀਰੀਅਡ ਦੇ ਵਿੱਚ। ਦੇ ਆਪਾਂ ਘੱਟ ਦੀ ਗੱਲ ਕਰਦੇ ਹਾਂ ਤੇ ਉਹ ਯੂਕੇ। ਸਟਾਰਟਿੰਗ ਦੇ ਵਿੱਚ ਯੂਕੇ ਦੇ ਵਿੱਚ ਸਭ ਤੋਂ ਘੱਟ ਪਰਸੈਂਟੇਜ ਜਿਹੜੀ ਸੀ ਉਹ ਦੇਖੀ ਗਈ ਸੀ, ਬਟ ਜੋ ਪਰਸੈਂਟੇਜ ਸੀ ਓਵਰਆਲ ਫੀਮੇਲ ਦੀ ਸਾਰੀਆਂ ਕੰਟਰੀ ਦੇ ਵਿੱਚ ਇਨਕਰੀਜ਼ ਹੋ ਰਹੀ ਸੀ। ਠੀਕ ਹੈ ਬੱਚੇ। ਹੁਣ ਦੇਖੋ ਆਪਾਂ ਓਵਰਆਲ ਨੂੰ ਇੱਕ ਵਾਰੀ ਦੇਖਦੇ ਹੈਗੇ ਆ। ਆਪਾਂ ਕਿਹਾ ਓਵਰਆਲ ਜੋ ਪ੍ਰਪੋਰਸ਼ਨ ਹੈਗਾ ਫੀਮੇਲ ਮੈਂਬਰਸ ਦਾ ਆਫ ਪਾਰਲੀਮੈਂਟ ਇਨਕਰੀਜ਼ਡ ਹੋਇਆ ਵਾ ਇਨ ਆਲ 5 ਕੰਟਰੀਜ਼ ਦੇ ਵਿੱਚ ਵਧਿਆ ਹੋਇਆ ਵਾ। ਇਟਲੀ ਰਿਕਾਰਡਡ ਦੀ ਹਾਈਐਸਟ ਪਰਸੈਂਟੇਜ ਬਾਈ ਦੀ ਐਂਡ ਆਫ ਦੀ ਪੀਰੀਅਡ ਦੇ ਵਿੱਚ, ਵੇਅਰ ਇਜ਼ ਜਦ ਕਿ ਯੂਕੇ ਹੈਡ ਦੀ ਲੋਐਸਟ ਪਰਸੈਂਟੇਜ ਐਟ ਦੀ ਬਿਗਨਿੰਗ ਆਫ ਦੀ ਪੀਰੀਅਡ, ਜਦ ਕਿ ਜੋ ਯੂਕੇ ਸੀ ਉਹਦੇ ਵਿੱਚ ਲੋਐਸਟ ਪਰਸੈਂਟੇਜ ਸੀ ਬਿਗਨਿੰਗ ਆਫ ਦੀ ਪੀਰੀਅਡ, ਮਤਲਬ ਸਟਾਰਟਿੰਗ ਦੇ ਵਿੱਚ। ਠੀਕ ਹੈ ਜੀ। ਹੁਣ ਇਹ ਆਪਾਂ ਰਾਈਟਿੰਗ ਟਾਸਕ 1 ਚ ਲਾਈਨ ਗ੍ਰਾਫ ਆਪਾਂ ਕਲੀਅਰ ਕਰਤਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਡਾਇਗਰਾਮ ਕਰਾਂਗੇ। ਕਾਫੀ ਸਾਰੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਡਾਇਗਰਾਮ ਨੂੰ ਕਿੱਦਾਂ ਕਰਨਾ ਹੈ, ਪਰ ਐਕਚੁਅਲੀ ਦੇ ਵਿੱਚ ਡਾਇਗਰਾਮ ਸਭ ਤੋਂ ਸਿੰਪਲ ਤੇ ਈਜ਼ੀ ਹੁੰਦੀ ਹੈ। ਠੀਕ ਹੈ, ਨੈਕਸਟ ਵਾਲੀ ਵੀਡੀਓ ਦੇ ਵਿੱਚ ਆਪਾਂ ਡਾਇਗਰਾਮ ਕਰਾਂਗੇ, ਉਹਦੇ ਕਨਸੈਪਟ ਕਲੀਅਰ ਕਰਾਂਗੇ। ਠੀਕ ਹੈ ਜੀ। ਅਗਰ ਇਸ ਵੀਡੀਓ ਦੇ ਵਿੱਚ ਕਿਸੇ ਬੱਚੇ ਨੂੰ ਪ੍ਰੋਬਲਮ ਆਈ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਲਓ, ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਕਮੈਂਟ ਦਾ ਰਿਪਲਾਈ ਕਰਨ ਦਾ। ਠੀਕ ਹੈ ਜੀ। ਓਕੇ ਬੱਚੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ।